ਹਾਲੇਲੂਇਆ। ਸਾਰਿਆਂ ਨੂੰ ਜੈਮ ਦੀ ਮੇਰੇ ਵੱਲੋਂ ਔਰ ਪਰਮੇਸ਼ਰ ਦੀ ਪ੍ਰੈਜ਼ੈਂਸ ਦੇ ਵਿੱਚ ਤੁਹਾਡਾ ਸਾਰਾ ਸਵਾਗਤ। ਅੱਜ ਆਪਾਂ ਫਿਰ ਖੁਦਾ ਦੇ ਵਚਨ ਦੇ ਵਿੱਚੋਂ ਗੱਲ ਕਰਨ ਜਾ ਰਹੇ ਆਪਣੇ ਵਚਨ ਦੇ ਜ਼ਰੀਏ। ਹਾਲੇਲੂਇਆ। ਅੱਜ ਮੈਂ ਕਾਫੀ ਟਾਈਮ ਬਾਅਦ ਅੱਜ ਲਾਈਵ ਹੋਇਆ। ਹਾਲੇਲੂਇਆ। ਧੰਨਵਾਦ ਸ਼ੁਕਰ ਪ੍ਰਭੂ, ਸਾਮਰਥੀ ਜੰਦਾ ਖੁਦਾਵੰ ਪ੍ਰਭੂ ਜੀ, ਤੂੰ ਮੇਰੇ ਸਰੀਰ ਨੂੰ ਖੁਦਾਵੰ ਤਿਆਰ ਕੀਤਾ ਖੁਦਾਵੰ ਆਪਣੇ ਵਚਨ ਦੇ ਲਈ ਖੁਦਾਵੰ। ਮੈਂ ਤੇਰਾ ਧੰਨਵਾਦ, ਤੇਰਾ ਸ਼ੁਕਰ ਕਰਦਾ ਖੁਦਾਵੰ, ਜੋ ਮੈਨੂੰ ਤੂੰ ਪਿਛਲੇ ਦਿਨਾਂ ਦੇ ਵਿੱਚ ਤੂੰ ਸੰਭਾਲਿਆ ਖੁਦਾਵੰ। ਮੇਰੀਆਂ ਜ਼ਿੰਦਗੀਆਂ ਦੇ ਵਿੱਚ ਵੱਡੇ ਕੰਮ ਕੀਤੇ ਖੁਦਾਵੰ। ਮੈਂ ਤੇਰਾ ਦਿਲ ਤੋਂ ਖੁਦਾਵੰ ਥੈਂਕਸ ਕਰਦਾ ਖੁਦਾਵੰ, ਇਨ ਦ ਨੇਮ ਆਫ ਜੀਸਸ ਰਾਈਟ ਨਾਓ। ਇਸੇ ਤਰ੍ਹਾਂ ਨਾ ਪ੍ਰਭੂ ਮੈਂ ਤੈਨੂੰ ਟਾਈਮ ਦਿੰਦਾ ਰਵਾਂ ਖੁਦਾਵੰ, ਆਪਣੇ ਸਰੀਰ ਦੇ ਦੁਆਰਾ ਖੁਦਾਵੰ ਤੈਨੂੰ ਮਹਿਮਾ ਦਿੰਦਾ ਰਵਾਂ ਖੁਦਾਵੰ, ਤਾਂ ਜੋ ਮੇਰਾ ਫਲ ਜਿਹੜਾ ਆ ਸਵਰਗ ਵਿੱਚ ਵਧੇ ਖੁਦਾਵੰ, ਇਨ ਦ ਨੇਮ ਆਫ ਜੀਸਸ। ਹਾਲੇਲੂਇਆ। ਧੰਨਵਾਦ ਸ਼ੁਕਰ ਪ੍ਰਭੂ। ਮੈਂ ਚਾਹੁੰਦਾ ਕਿ ਤੁਸੀਂ ਇਸ ਲਾਈਵ ਮੀਟਿੰਗ ਨਾਲ ਸਾਰੇ ਜੁੜ ਸਕੋ। ਅੱਜ ਆਪਾਂ ਫਿਰ ਖੁਦਾਵੰ ਦੀ ਮਹਿਮਾ ਕਰ ਸਕੀਏ। ਤਾਂ ਜੋ ਖੁਦਾਵੰ ਦਾ ਹਾਲੇਲੂਇਆ। ਧੰਨਵਾਦ ਸ਼ੁਕਰ ਪ੍ਰਭੂ। ਜਿੰਨੇ ਜਨ ਖੁਦਾਵੰ ਇਸ ਲਾਈਵ ਮੀਟਿੰਗ ਨਾਲ ਜੁੜ ਸਕਣ ਖੁਦਾਵੰ, ਤਾਂ ਜੋ ਤੇਰਾ ਵਚਨ ਖੁਦਾਵੰ ਉਹਨਾਂ ਸਾਰਿਆਂ ਨੂੰ ਬਲੈਸ ਕਰ ਸਕੇ। ਤੇਰੀ ਵੱਡੀ ਗ੍ਰੇਸ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਕੰਮ ਕਰ ਸਕੇ। ਤੇਰੀ ਪਾਵਰ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਕੰਮ ਕਰ ਸਕੇ। ਤੇਰਾ ਵਚਨ ਇਹਨਾਂ ਨੂੰ ਮਨ ਦਵੇ ਖੁਦਾਵੰ, ਵਚਨ ਦੇ ਅਨੁਸਾਰ ਚੱਲਣ ਲਈ ਖੁਦਾਵੰ ਤਿਆਰ ਕਰੇ ਪ੍ਰਭੂ ਇਹਨਾਂ ਦੇ ਸਰੀਰ ਨੂੰ ਖੁਦਾਵੰ। ਹਾਲੇਲੂਇਆ। ਧੰਨਵਾਦ ਸ਼ੁਕਰ ਪ੍ਰਭੂ, ਧੰਨਵਾਦ ਸ਼ੁਕਰ ਸਾਮਰਥੀ ਜੰਦਾ ਖੁਦਾਵੰ। ਖੁਦਾਵੰ ਤੇਰੀ ਗ੍ਰੇਸ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਕੰਮ ਕਰੇ। ਹਾਲੇਲੂਇਆ। ਧੰਨਵਾਦ ਸ਼ੁਕਰ ਪ੍ਰਭੂ, ਸਾਮਰਥੀ ਜੰਦਾ ਖੁਦਾਵੰ। ਹਾਲੇਲੂਇਆ। ਹਾਲੇਲੂਇਆ। ਧੰਨਵਾਦ। ਮੈਂ ਚਾਹੁੰਦਾ ਕਿ ਤੁਸੀਂ ਇਸ ਲਾਈਵ ਮੀਟਿੰਗ ਨਾਲ ਸਾਰੇ ਜੁੜ ਸਕੋ। ਹਾਲੇਲੂਇਆ। ਧੰਨਵਾਦ ਸ਼ੁਕਰ ਪ੍ਰਭੂ। ਹਾਲੇਲੂਇਆ। ਹਾਲੇਲੂਇਆ। ਧੰਨਵਾਦ। ਹਾਲੇਲੂਇਆ। ਹਾਲੇਲੂਇਆ। ਧੰਨਵਾਦ। ਹਾਲੇਲੂਇਆ। ਹਾਲੇਲੂਇਆ। ਧੰਨਵਾਦ ਸ਼ੁਕਰ ਪ੍ਰਭੂ, ਸਾਮਰਥ ਜੰਦਾ ਖੁਦਾਵੰ। ਥੈਂਕ ਯੂ ਜੀਸਸ ਰਾਈਟ ਨਾਓ। ਹਾਲੇਲੂਇਆ। ਧੰਨਵਾਦ ਸ਼ੁਕਰ ਪ੍ਰਭੂ। ਹਾਲੇਲੂਇਆ। ਹਾਲੇਲੂਇਆ। ਧੰਨਵਾਦ ਸ਼ੁਕਰ ਪ੍ਰਭੂ। ਹਾਲੇਲੂਇਆ। ਧੰਨਵਾਦ ਸ਼ੁਕਰ ਪ੍ਰਭੂ। ਹਾਲੇਲੂਇਆ। 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 ਧੰਨਵਾਦ ਸ਼ੁਕਰ ਪ੍ਰਭੂ। ਹਾਲੇਲੂਇਆ। ਧੰਨਵਾਦ ਸ਼ੁਕਰ ਪ੍ਰਭੂ, ਸਾਮਰਥੀ ਜੰਦਾ ਖੁਦਾਵੰ। ਸਾਰੇ ਜਣੇ ਜੁੜ ਸਕੋ ਇਸ ਲਾਈਵ ਮੀਟਿੰਗ ਦੇ ਨਾਲ, ਤਾਂ ਜੋ ਅੱਜ ਆਪਾਂ ਸਾਰੇ ਜਣੇ ਮਿਲ ਕੇ ਅੱਜ ਵਚਨ ਨੂੰ ਸੁਣ ਸਕੀਏ। ਹਾਲੇਲੂਇਆ। ਧੰਨਵਾਦ ਸ਼ੁਕਰ ਪ੍ਰਭੂ, ਸਾਮਰਥੀ ਜੰਦਾ ਖੁਦਾਵੰ। ਮੈਂ ਚਾਹੁੰਦਾ ਕਿ ਜਿੰਨੇ ਲਾਈਵ ਦੇਖਦੇ ਸੀਗੇ ਪਿਛਲੇ ਦਿਨਾਂ ਦੇ ਵਿੱਚ, ਖੁਦਾ ਨੇ ਸਾਰਿਆਂ ਨੂੰ ਬਲੈਸ ਕੀਤਾ। ਮੈਂ ਖੁਦਾ ਦਾ ਧੰਨਵਾਦ ਕਰਦਾ ਹਾਂ।
मैं चाहना कि तुम इस लाइव मीटिंग ਨਾਲ जुड़ सको ਤਾਂ ਜੋ ਖੁਦਾ ਦਾ ਆਤਮਾ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੇ। ਅੱਜ ਦੀ ਮੀਟਿੰਗ ਦੇ ਵਿੱਚ ਮੈਂ ਸਾਰਿਆਂ ਦਾ ਸਵਾਗਤ ਕਰਦਾ। ਹਾਲੇਲੂਇਆ। ਮੈਂ ਵਚਨ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਦਾ ਕਿ ਤੁਸੀਂ ਸਭ ਜਨ ਇਸ ਲਾਈਵ ਮੀਟਿੰਗ ਨਾਲ ਜੁੜ ਸਕੋ। ਮੈਂ ਤੁਹਾਡੇ ਸਾਰਿਆਂ ਲਈ ਪ੍ਰੇਅਰ ਕਰਾਂਗਾ ਅੱਜ। ਹਾਲੇਲੂਇਆ। ਧੰਨਵਾਦ ਸ਼ੁਕਰ ਪ੍ਰਭੂ ਸਾਮਰਥ ਜਿੰਦਾ ਖੁਦਾਵੰ। धन्यवाद शुक्र प्रभु सामर्थ्य जिंदा खुदावन इन द नेम ऑफ जीसस। प्रभु जिन्ने जन जुड़ रहे हैं खुदावन, जिन्ने जन अजे जुड़ना बाकी है खुदावन, उन्हां सारियां नूं उन्हां दे माइंड नूं खुदावन सारियां नूं तैयार करना प्रभु। वो जिथे भी जा रहे प्रभु, किसी भी चर्च दे विच प्रभु उन्हां नूं वचन दे अनुसार चलाना खुदावन। तेरा आत्मा इन्हां सारियां नूं बोध दे खुदावन इन द नेम ऑफ जीसस राइट नाउ। मैं मिरेकलस आत्मा दे विच घोषित करदा खुदा दे नाम दे विच रीबला सुंदर ना खारा बारा रीबला सुंदर। खुदा दी ग्रेस तुहाडीਆਂ ਜ਼ਿੰਦਗੀਆਂ ਦੇ ਵਿੱਚ ਕੰਮ ਕਰੇ, ਤੁਹਾਡੇ ਪਰਿਵਾਰਾਂ ਦੇ ਵਿੱਚ ਕੰਮ ਕਰੇ, ਤੁਹਾਡੀ ਜੌਬ ਤੁਹਾਡੇ ਬਿਜ਼ਨਸ ਦੇ ਵਿੱਚ ਕੰਮ ਕਰੇ। ਹਾਲੇਲੂਇਆ। ਧੰਨਵਾਦ ਸ਼ੁਕਰ। ਆਮੀਨ ਆਮੀਨ। ਮੈਂ ਚਾਹਨਾ ਕਿ ਤੁਸੀਂ ਇਸ ਲਾਈਵ ਮੀਟਿੰਗ ਨੂੰ ਆਪੋ ਆਪਣੇ ਗਰੁੱਪਾਂ ਦੇ ਵਿੱਚ, ਆਪੋ ਆਪਣੇ फ्रेंड दे नाल, आपो अपने दोस्तां दे नाल इस मीटिंग नूं शेयर करो तां जो वो भी इस मीटिंग नाल जुड़ सकन। मेरा मकसद ये नहीं है कि सिर्फ कमेंट लेने, मेरा मकसद ये है कि खुदा दे कलाम जिहड़ा है, खुदा दा वचन जिहड़ा है उन्हां सारियां तक पहुंच सके। मैनूं पता कि सारे फेसबुक के उपर वचन नूं बहुत ज़्यादा सुनते हैं, क्योंकि फेसबुक के उपर वचन बहुत आंदा है। हालेलुया। बहुत सारे दास दासियां वचन नूं प्रचार जिहड़ा है वो करदे आ। हर एक दास नूं, हर एक दासी नूं आदर दिओ। हालेलुया। इन द नेम ऑफ जीसस राइट नाउ। मैं ਤੁਹਾਡੇ ਸਾਰੇ ਲਈ ਅੱਜ ਪ੍ਰੇਅਰ ਕਰਾਂਗਾ ਇਨ ਦ ਨੇਮ ਆਫ ਜੀਸਸ। ਮੈਂ ਚਾਹਨਾ ਕਿ ਤੁਸੀਂ ਇਸ ਲਾਈਵ ਮੀਟਿੰਗ ਨੂੰ ਸ਼ੇਅਰ ਕਰੋ, ਆਪੋ ਆਪਣੇ ਗਰੁੱਪਾਂ ਦੇ ਵਿੱਚ, ਆਪੋ ਆਪਣੀਆਂ ਫਰੈਂਡ ਦੇ ਨਾਲ ਸ਼ੇਅਰ ਕਰੋ ਤਾਂ ਜੋ ਖੁਦਾ ਦਾ ਆਤਮਾ ਉਹਨਾਂ ਨੂੰ ਵੀ ਬਲੈਸ ਕਰ ਸਕੇ, ਉਹਨਾਂ ਨੂੰ ਵੀ। ਹਾਲੇਲੂਇਆ। ਧੰਨਵਾਦ। ਖੁਦਾ ਦਾ ਆਤਮਾ ਤੁਹਾਨੂੰ ਸਾਰਿਆਂ ਨੂੰ ਹਾਲੇਲੂਇਆ। ਧੰਨਵਾਦ ਸ਼ੁਕਰ। ਧੰਨਵਾਦ ਸ਼ੁਕਰ ਪ੍ਰਭੂ ਸਾਮਰਥ ਜਿੰਦਾ ਖੁਦਾਵੰ। मैं चाहना कि तुम इस लाइव मीटिंग को शेयर करो आपो अपने ग्रुपों के विच। हालेलुया। धन्यवाद शुक्र प्रभु सामर्थ्य जिंदा खुदावन राइट नाउ। हालेलुया। धन्यवाद शुक्र। मैं वचन शुरू करांगा। शुरू करांगे तो वचन जबूर दी पोथी 34 दी 8 आयत। जबूर दी पोथी 34 दी 8 आयत। 34 दी 8 आयत ਨੂੰ ਪੜਾਂਗੇ ਆਪਾਂ। ਪੜਾਂਗੇ। ਚੱਖੋ ਤੇ ਵੇਖੋ ਭਈ ਯਹੋਵਾ ਭਲਾ ਹੈ। ਧੰਨ ਹੈ ਉਹ ਪੁਰਸ਼ ਜੋ ਉਸ ਵਿੱਚ ਪਨਾਹ ਲੈਂਦਾ ਹੈ। ਬਸ ਚੱਕੋ ਤੇ ਦੇਖੋ ਯਹੋਵਾ भला है। हालेलुया। क्योंकि परमेश्वर अज जिन्हां लोकां ने अपनी जिंदगी च ग्रहण नहीं किया परमेश्वर नूं, हालेलुया, जीसस नूं अपनी जिंदगी दे विच पहल नहीं दित्ती है, ते अज नहीं कल परसों ਚੱਕੋ अपनी जिंदगी दे विच परमेश्वर नूं। हालेलुया। बुलाओ उहनूं अपनी जिंदगी दे विच। देखो किन्ना भला आ, देखो तुहानूं किन्ना प्यार करदा। हालेलुया। वो ऐसा प्यार करदा है कि तुहाडे रिश्तेदार, मनुखी इंसान तुहानूं उदां दा प्यार नहीं कर सकदा जो जीसस सानूं प्यार करदा है। हालेलुया। तुहानूं और मैनूं सारिआं नूं। हालेलुया। पूरी मानव जाति नूं। हालेलुया। पढ़ांगे पक्के। ਧੰਨ ਹੈ ਉਹ ਪੁਰਸ਼ ਜੋ ਉਸ
ਵਿੱਚ ਪਨਾਹ ਲੈਂਦਾ ਹੈ। ਹਾਂ, ਧੰਨ ਉਹ ਪੁਰਸ਼ ਆ ਜਿਹੜਾ ਉਸ ਦੇ ਵਿੱਚ ਪਨਾਹ ਲੈਂਦਾ ਆ। हे ਯਹੋਵਾ ਦੇ ਸੰਤੋ ਉਸ ਤੋਂ ਡਰੋ। ਹੇ ਯਹੋਵਾ ਦੇ ਸੰਤੋ ਉਸ ਤੋਂ ਡਰੋ। ਕਿਉਂ ਜੋ ਉਹਦੇ ਡਰਨ ਵਾਲਿਆਂ ਨੂੰ ਹਾਂ, ਕੋਈ ਥੁੜ ਨਹੀਂ। ਬਸ ਧੰਨ ਉਹ ਮਨੁੱਖ ਆ ਜਿਹੜਾ ਉਹਦੇ ਵਿੱਚ ਪਨਾਹ ਲੈਂਦਾ ਆ, ਜਿਹੜਾ ਉਹਦੇ ਵਿੱਚ ਆ ਜਾਂਦਾ ਆ। ਹਾਲੇਲੂਇਆ। ਨਾਲ ਦੀ ਨਾਲ ਵਚਨ ਦੇ ਵਿੱਚ ਪਰਮੇਸ਼ਰ ਨੇ ਇਹ ਵੀ ਕਿਹਾ ਆ ਕਿ ਸੰਤ ਵੀ ਡਰਨ। ਹਾਲੇਲੂਇਆ, ਹਾਲੇਲੂਇਆ। ਸਾਰਿਆਂ ਨੇ ਡਰਨਾ ਤੇ ਕੰਬਣਾ ਪਰਮੇਸ਼ਰ ਦੇ ਕੋਲੋਂ। ਹਾਲੇਲੂਇਆ। ਜਿਨ੍ਹਾਂ ਨੇ ਪਰਮੇਸ਼ਰ ਨੂੰ ਗ੍ਰਹਿਣ ਕਰ ਲਿਆ ਆਪਣੀ ਲਾਈਫ ਦੇ ਵਿੱਚ, ਜਿਹੜੇ ਉਹਦੀ ਆਵਾਜ਼ ਨੂੰ ਸੁਣਦੇ ਆ, ਜਿਹੜੇ ਉਹਨੂੰ ਪਸੰਦ ਕਰਦੇ ਆ। ਹਾਲੇਲੂਇਆ। ਜਿਹੜੇ ਉਹਨੂੰ ਗ੍ਰਹਿਣ ਕਰ ਚੁੱਕੇ ਆ, ਉਹਨਾਂ ਨੇ ਕੀ ਕਰਨਾ ਆ? ਡਰਨਾ ਆ ਪਰਮੇਸ਼ਰ ਦੇ ਕੋਲੋਂ। ਹਾਲੇਲੂਇਆ। ਕਿਉਂਕਿ ਸਾਡਾ ਡਰਨ ਦੇ ਵਿੱਚ ਭਲਾ ਆ। ਜੇ ਅਸੀਂ ਪਰਮੇਸ਼ਰ ਦੇ ਕੋਲੋਂ ਹਲੀਮੀ ਨਾਲ ਡਰਾਂਗੇ, ਕੰਬਾਂਗੇ, ਤੇ ਉਹ ਸਾਡੀ ਜ਼ਿੰਦਗੀ 'ਚ ਵੱਡੇ ਕੰਮ ਕਰ ਸਕਦਾ। ਹਾਲੇਲੂਇਆ। ਪੜਾਂਗੇ ਆਪਾਂ ਅੱਗੇ। ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਹੈ ਅਤੇ ਭੁੱਖ ਲੱਗਦੀ ਹੈ। ਦੇਖੋ ਕਿੱਡੀ ਐਗਜ਼ਾਮਪਲ ਪਰਮੇਸ਼ਰ ਨੇ ਦਿੱਤੀ ਇੱਥੇ, ਕਿੱਡੀ ਉਹਨੇ ਇੱਕ ਉਦਾਹਰਨ ਦਿੱਤੀ ਆ ਕਿ ਸ਼ੇਰਾਂ ਨੂੰ ਭੁੱਖ ਲੱਗ ਸਕਦੀ ਆ, ਪਰ ਜਿਹੜੇ ਪਰਮੇਸ਼ਰ ਦੇ ਮੰਨਣ ਵਾਲੇ ਲੋਕ ਆ, ਜਿਹੜੀ ਉਹਦੀ ਕਲੀਸਿਆ ਆ, ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਥੋੜ ਨਹੀਂ ਹੋਵੇਗੀ। ਹਾਲੇਲੂਇਆ। ਦੇਖੋ ਕਿੱਡੀ ਉਹਨੇ ਉਸ ਚੀਜ਼ ਨੂੰ ਉਹਨੇ ਇੱਕ ਤੁਹਾਨੂੰ ਇੱਕ ਉਦਾਹਰਨ ਦੀ ਤਰੀਕੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਹਨੇ ਮਨੁੱਖੀ ਇਨਸਾਨ ਨੂੰ ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਸ਼ੇਰ ਨੂੰ ਭੁੱਖ ਲੱਗ ਸਕਦੀ, ਸ਼ੇਰਾਂ ਦੇ ਬੱਚਿਆਂ ਨੂੰ ਭੁੱਖ ਲੱਗ ਸਕਦੀ ਆ, ਪਰ ਪਰਮੇਸ਼ਰ ਦੇ ਬੱਚਿਆਂ ਨੂੰ ਕਦੀ ਵੀ ਭੁੱਖ ਨਹੀਂ ਲੱਗੇਗੀ ਔਰ ਕਦੇ ਵੀ ਉਹਨਾਂ ਨੂੰ ਪ੍ਰੋਬਲਮ ਨਹੀਂ ਹੋਏਗੀ। ਹਾਲੇਲੂਇਆ। ਪੜਾਂਗੇ ਆਪਾਂ। ਬੱਚਿਓ ਆਓ ਮੇਰੀ ਸੁਣੋ ਅਤੇ ਮੈਂ ਤੁਹਾਨੂੰ ਯਹੋਵਾ ਦਾ ਭੈ ਸਿਖਾਵਾਂਗਾ। ਉਹ ਕਿਹੜਾ ਮਨੁੱਖ ਹੈ ਜਿਹੜਾ ਜੀਵਨ ਨੂੰ ਲੋਚਦਾ ਹੈ। ਪਰਮੇਸ਼ਰ ਦਾ ਵਚਨ ਕਹਿੰਦਾ ਕਿ ਹੇ ਬੱਚਿਓ ਮੇਰੇ ਕੋਲ ਆਵੋ, ਮੈਂ ਤੁਹਾਨੂੰ ਕੀ ਕਰਾਂਗਾ? ਯਹੋਵਾ ਦਾ ਭੈ ਸਿਖਾਵਾਂਗਾ। ਯਹੋਵਾ ਦਾ ਭੈ ਸਿਖਾਵਾਂਗਾ। ਉਹ ਕਿਹੜਾ ਮਨੁੱਖ ਹੈ ਜਿਹੜਾ ਜੀਵਨ ਨੂੰ ਲੋਚਦਾ ਹੈ। ਉਹ ਕਿਹੜਾ ਮਨੁੱਖ ਹੈ ਜਿਹੜਾ ਜੀਵਨ ਨੂੰ ਲੋਚਦਾ ਆ ਅਤੇ ਬਹੁਤ ਦਿਨ ਚਾਹੁੰਦਾ ਹੈ ਕਿ ਭਲਾਈ ਵੇਖੇ। ਉਹ ਬਹੁਤ ਦਿਨ ਚਾਹੁੰਦਾ ਆ ਕਿ ਭਲਾਈ ਦੇਖੇ। ਆਪਣੀ ਜੀਵ ਨੂੰ ਬਰਿਆਈ ਤੋਂ, ਆਪਣੀ ਜੀਵ ਨੂੰ ਬਰਿਆਈ ਤੋਂ ਅਤੇ ਆਪਣੇ ਬੁੱਲਾਂ ਨੂੰ ਮੱਕਰ ਬੋਲਣ ਤੋਂ ਰੋਕ ਰੱਖ। ਆਪਣੇ ਬੁੱਲਾਂ ਨੂੰ ਮੱਕੜ ਬੋਲਣ ਤੋਂ ਰੋਕ ਰੱਖ। ਹਾਲੇਲੂਇਆ। ਦੇਖੋ ਇਹ ਪਰਮੇਸ਼ਰ ਜਿਹੜੀਆਂ ਸਾਨੂੰ ਗੱਲਾਂ ਦੱਸ ਰਿਹਾ ਆ, ਇਹ ਸਾਡੀ ਜ਼ਿੰਦਗੀ 'ਚ ਬਹੁਤ ਮਾਇਨੇ ਰੱਖਦੀਆਂ ਗੱਲਾਂ। ਹਾਲੇਲੂਇਆ। ਕਿਉਂਕਿ ਇਹਦੇ ਨਾਲ ਅਸੀਂ ਅੱਗੇ ਨਹੀਂ ਵੱਧ ਸਕਦੇ ਜੇ ਸਾਡੇ ਸਰੀਰ ਦੇ ਵਿੱਚ ਕੋਈ ਕਮੀ ਆ। ਕਿਉਂਕਿ ਸਾਡੀ ਜਿਹੜੀ ਆਤਮਾ ਆ, ਉਹ ਵਚਨ ਨਾਲ ਉਹਦਾ ਤਾਲਮੇਲ ਨਹੀਂ ਹੋਏਗਾ। ਹਾਲੇਲੂਇਆ। ਉਹ ਵਚਨ ਨਾਲ ਉਹਦਾ ਜਿਹੜਾ ਕੰਟੈਕਟ ਆ ਉਹ ਨਹੀਂ ਹੋ ਸਕਦਾ ਜੇ ਸਾਡੇ ਵਿੱਚ ਕਮੀਆਂ ਆ। ਅਸੀਂ ਲੱਖ ਵਾਰੀ ਕਹਿ ਸਕਦੇ ਆ ਕਿ ਸਾਡੇ ਵਿੱਚ ਅਸੀਂ ਕੰਪਲੀਟ ਬਣ ਚੁੱਕੇ ਹਾਂ। ਹਾਲੇਲੂਇਆ। ਅਸੀਂ ਕਹਿ ਸਕਦੇ ਆ ਕਿ ਅਸੀਂ ਕੰਪਲੀਟ ਬਣ ਚੁੱਕੇ ਹਾਂ, ਪਰ ਲੇਕਿਨ ਅਸੀਂ ਕੰਪਲੀਟ ਹੈ ਨਹੀਂ। ਹਾਲੇਲੂਇਆ। ਬਹੁਤ ਸਾਰੇ ਲੋਕ ਆ ਜਿਹੜੇ ਰੱਬ ਦਾ ਨਾਮ ਲੈਂਦੇ ਆ, ਪਰ ਕਿਤੇ ਨਾ ਕਿਤੇ ਕਮੀ ਉਹਨਾਂ ਵਿੱਚ ਵੀ ਆ ਜਾਂਦੀ ਆ। ਹਾਲੇਲੂਇਆ। ਤੇ ਇਸ ਲਈ ਉਹਨੇ ਕਿਹਾ ਕਿ ਮੈਂ ਤੁਹਾਨੂੰ ਰੱਬ ਦੇ ਵਿੱਚ, ਪੜਾਂਗੇ ਅਸੀਂ ਦੁਬਾਰਾ ਵਚਨ ਨੂੰ ਪੜਾਂਗੇ। ਉਹ ਕਿਹੜਾ ਮਨੁੱਖ ਹੈ ਜਿਹੜਾ ਜੀਵਨ ਨੂੰ ਲੋਚਦਾ ਹੈ ਤੇ ਬਹੁਤ ਦਿਨ ਚਾਹੁੰਦਾ ਹੈ ਤਾਂ ਕਿ ਭਲਾਈ ਵੇਖੇ। ਆਪਣੇ ਜੀਵ ਨੂੰ ਬਰਿਆਈ ਤੋਂ ਰੋਕ ਅਤੇ ਆਪਣੇ ਬੁੱਲਾਂ ਨੂੰ ਮੱਕਰ ਬੋਲਣ ਤੋਂ ਰੋਕ ਰੱਖ। ਬਦੀ ਤੋਂ ਹਟ ਜਾ ਤੇ ਨੇਕੀ ਕਰ। ਮੇਲ ਨੂੰ ਭਾਲ ਤੇ ਉਹਦਾ ਪਿੱਛਾ। ਆਪਣੇ ਬੁੱਲਾਂ ਨੂੰ ਕੰਟਰੋਲ 'ਚ ਰੱਖਣਾ ਆ, ਬਦੀ ਨਹੀਂ ਕਰਨੀ। ਹਾਲੇਲੂਇਆ। ਬਦੀ ਤੋਂ ਰੋਕ ਰੱਖਣਾ ਆ। ਹਾਲੇਲੂਇਆ। ਆਪਣੇ ਸਰੀਰ ਨੂੰ ਆਪਣੇ ਕਾਬੂ 'ਚ ਰੱਖਣਾ ਆ ਕਿ ਮੈਂ ਆਹ ਵਿਅਕਤੀ ਲਈ ਕੁਝ ਮਾੜਾ ਨਹੀਂ ਬੋਲਣਾ, ਇਸ ਤਰੀਕੇ ਦਾ ਮੈਂ ਨਹੀਂ ਕਰਨਾ ਜੋ ਪਰਮੇਸ਼ਰ ਨੂੰ ਪਸੰਦ ਨਹੀਂ ਹੈ। ਹਾਲੇਲੂਇਆ। ਪਰ ਅਸੀਂ ਫੇਰ ਵੀ ਕਈ ਵਾਰੀ ਕਰਦੇ ਇਹਨਾਂ ਗੱਲਾਂ ਨੂੰ। ਹਾਲੇਲੂਇਆ। ਕਿਉਂਕਿ ਅਸੀਂ ਥੋੜਾ ਟਾਈਮ ਪਰਮੇਸ਼ਰ ਨੂੰ ਭੁੱਲ ਜਾਂਦੇ। ਜਿੱਦਾਂ ਹੀ ਅਸੀਂ ਪ੍ਰੇਅਰ ਦੇ ਵਿੱਚ ਬਾਹਰ ਆਉਂਦੇ ਆ,
ਅਸੀਂ ਉਹਨਾਂ ਚੀਜ਼ਾਂ ਨੂੰ ਭੁੱਲ ਜਾਂਦੇ ਆ ਤੇ ਫਿਰ ਦੁਬਾਰਾ ਅਸੀਂ ਉਹੀ ਸੰਸਾਰਿਕ ਵਾਪਸ ਜ਼ਿੰਦਗੀ ਦੇ ਵਿੱਚ ਚੱਲ ਜਾਂਦੇ ਆ ਕਿ ਜਿਹਦੇ ਵਿੱਚ ਪਰਮੇਸ਼ਵਰ ਨਹੀਂ ਆ। ਫਿਰ ਹਾਲੇਲੂਇਆ, ਜਿਹਦੇ ਵਿੱਚ ਜੀਸਸ ਨਹੀਂ ਆ ਤੇ ਉਹਦੇ ਵਿੱਚ ਸਿਰਫ ਮਨੁੱਖੀ ਇਨਸਾਨ ਹੀ ਆ। ਹਾਲੇਲੂਇਆ, ਪੜਾਂਗੇ ਅਸੀਂ ਅੱਗੇ ਵਚਨ। ਯਹੋਵਾ ਦਾ ਮੂੰਹ ਕਰਮੀਆਂ ਦੇ ਵਿਰੁੱਧ ਉਹਨਾਂ ਦੇ ਯਾਦ ਧਰਤੀ ਤੇ ਮਿਟਾ ਸੁੱਟੇ। ਧਰਮੀ ਦੁਹਾਈ ਦਿੰਦੇ ਹਨ ਤੇ ਯਹੋਵਾ ਸੁਣਦਾ ਹੈ ਅਤੇ ਉਹਨਾਂ ਨੂੰ ਸਾਰਿਆਂ ਤੋਂ ਪਰਮੇਸ਼ਰ ਦਾ ਵਚਨ ਕਹਿੰਦਾ ਆ ਯਹੋਵਾ ਕੁਕਰਮੀਆਂ ਨੂੰ ਕੀ ਕਰੇ? ਕੁਕਰਮੀਆਂ ਦੇ ਵਿਰੁੱਧ ਹੈ। ਕੁਕਰ ਕਿਹਦੇ ਵਿਰੁੱਧ ਹੈ? ਵਿਰੁੱਧ ਆ। ਧਰਮੀ ਦੁਹਾਈ ਦਿੰਦੇ ਹਨ ਅਤੇ ਪਰਮੇਸ਼ਰ ਜਿਹੜਾ ਆ ਉਹ ਵਿਰੋਧੀਆਂ ਦੇ ਕੀ ਆ? ਵਿਰੁੱਧ ਆ, ਕੁਕਰਮੀਆਂ ਦੇ। ਤੇ ਉਹ ਕੀ ਕਰਦਾ? ਧਰਮੀਆਂ ਦਾ ਕੀ ਕਰਦਾ ਆ? ਧਰਮੀ ਦੁਹਾਈ ਦਿੰਦੇ ਹਨ। ਧਰਮੀ ਦੁਹਾਈ ਦਿੰਦੇ ਹਨ ਅਤੇ ਯਹੋਵਾ ਸੁਣਦਾ ਹੈ। ਯਹੋਵਾ ਪਰਮੇਸ਼ਰ ਉਹਨਾਂ ਦੀ ਸੁਣਦਾ ਆ। ਹਾਲੇਲੂਇਆ, ਅਤੇ ਉਹਨਾਂ ਨੂੰ ਸਾਰਿਆਂ ਦੁੱਖਾਂ ਤੋਂ ਛੁਡਾਉਂਦਾ ਹੈ। ਉਹਨਾਂ ਨੂੰ ਸਾਰਿਆਂ ਦੁੱਖਾਂ ਤੋਂ ਛੁਡਾਉਂਦਾ ਆ। ਹਾਲੇਲੂਇਆ, ਦੇਖੋ ਜਦੋਂ ਇੱਕ ਬਦੀ ਕਰਨ ਵਾਲਾ ਇਨਸਾਨ ਜਿਹੜਾ ਆ ਉਹ ਜੇ ਪਰਮੇਸ਼ਰ ਨੂੰ ਪੁਕਾਰਦਾ ਆ ਤੇ ਪਰਮੇਸ਼ਰ ਕੀ ਕਰੇਗਾ? ਉਹਨਾਂ ਨੂੰ ਨਹੀਂ ਸੁਣੇਗਾ। ਹਾਲੇਲੂਇਆ, ਕਿਉਂਕਿ ਮਾਫੀ ਜਿਹੜੀ ਆ ਉਹ ਕੋਈ ਲਿਮਟ ਪਰਮੇਸ਼ਰ ਨੇ ਮਾਫੀ ਦੀ ਬਣਾਈ ਆ, ਪਰ ਉਹ ਲਿਮਟ ਤੋਂ ਜਦੋਂ ਅਸੀਂ ਕ੍ਰੋਸ ਕਰ ਜਾਂਦੇ ਆ ਤੇ ਫਿਰ ਸਾਡੀ ਪਰਮੇਸ਼ਰ ਨਹੀਂ ਸੁਣਦਾ। ਹਾਲੇਲੂਇਆ, ਫਿਰ ਜਦੋਂ ਧਰਮੀ ਪਰਮੇਸ਼ਰ ਆ ਔਰ ਉਹਨਾਂ ਨੂੰ ਸਾਰਿਆਂ ਦੁੱਖਾਂ ਤੋਂ ਛੁਡਾਉਂਦਾ ਹੈ। ਹਾਲੇਲੂਇਆ, ਆਮੀਨ ਆਮੀਨ। ਔਰ ਯਹੋਵਾ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ ਅਤੇ ਕੁਚਲਿਆ ਆਤਮਾ ਵਾਲਿਆਂ ਨੂੰ ਬਚਾਉਂਦਾ ਹੈ। ਪਰਮੇਸ਼ਰ ਯਹੋਵਾ ਟੁੱਟੇ ਦਿਲ ਵਾਲਿਆਂ ਦੇ ਨੇੜੇ ਆ ਅਤੇ ਕੁਚਲਿਆ ਆਤਮਾ ਵਾਲਿਆਂ ਨੂੰ ਬਚਾਉਂਦਾ ਹੈ। ਕੁਚਲੇ ਹੋਏ ਆਤਮਾ ਵਾਲਿਆਂ ਨੂੰ ਬਚਾਉਂਦਾ ਹੈ। ਹਾਲੇਲੂਇਆ, ਧਰਤੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਪੈਂਦੀਆਂ ਹਨ ਪਰ ਯਹੋਵਾ ਉਹਨਾਂ ਸਭਨਾਂ ਨੂੰ ਛੁਡਾਉਂਦਾ ਹੈ। ਧਰਤੀ ਉੱਤੇ ਇਹ ਵਚਨ ਕਹਿ ਰਿਹਾ ਪਰਮੇਸ਼ਰ ਦਾ। ਹਾਲੇਲੂਇਆ, ਕਿਉਂਕਿ ਧਰਤੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਪੈਂਦੀਆਂ ਆ। ਹਾਲੇਲੂਇਆ, ਉਹ ਤੁਸੀਂ ਸਭ ਜਾਣਦੇ ਹੋ। ਹਾਲੇਲੂਇਆ, ਪਰ ਪਰਮੇਸ਼ਰ ਕੀ ਕਰਦਾ ਆ? ਉਹਨਾਂ ਸਭਨਾਂ ਤੋਂ ਛੁਡਾਉਂਦਾ ਹੈ। ਉਹਨਾਂ ਸਭਨਾਂ ਤੋਂ ਛੁਡਾਉਂਦਾ ਹੈ। ਹਾਲੇਲੂਇਆ, ਉਹ ਉਸ ਦੀਆਂ ਦੇਖੋ ਅੱਜ ਜਿਹੜੇ ਲੋਕ ਸਮਝ ਕੇ ਬੈਠੇ ਆ ਕਿ ਅਸੀਂ ਸਾਡੇ ਉੱਤੇ ਅੱਜ ਇਹ ਮੁਸੀਬਤ ਹੈਗੀ ਆ, ਸ਼ਾਇਦ ਇਹ ਮੁਸੀਬਤ ਸਾਨੂੰ ਛੱਡ ਕੇ ਨਹੀਂ ਜਾ ਸਕਦੀ, ਸ਼ਾਇਦ ਇਹ ਮੁਸੀਬਤ ਨੇ ਸਾਨੂੰ ਨਾਲ ਲੈ ਕੇ ਜਾਣਾ ਆ। ਹਾਲੇਲੂਇਆ, ਤੇ ਮੈਂ ਅੱਜ ਉਹਨਾਂ ਨੂੰ ਇਹ ਵਚਨ ਦੇ ਜ਼ਰੀਏ ਦੱਸਣਾ ਚਾਹਨਾ ਕਿ ਪਰਮੇਸ਼ਰ ਦਾ ਆਤਮਾ ਜਿਹੜਾ ਆ, ਖੁਦਾਵੰਦ ਦਾ ਵਚਨ ਜਿਹੜਾ ਆ ਉਹ ਸਾਫ਼-ਸਾਫ਼ ਇਹਨਾਂ ਲਫ਼ਜ਼ਾਂ ਦੇ ਵਿੱਚ ਕਹਿ ਰਿਹਾ ਉਹ ਕਿ ਜੇ ਤੁਸੀਂ ਪਰਮੇਸ਼ਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪਹਿਲ ਦਿੰਦੇ ਹੋ, ਹਾਲੇਲੂਇਆ, ਜੇ ਤੁਸੀਂ ਉਹ ਸਾਰੇ ਗੰਦੇ ਕੰਮਾਂ ਨੂੰ ਛੱਡ ਦਿੰਦੇ ਹੋ, ਹਾਲੇਲੂਇਆ, ਤੇ ਉਹ ਤੁਹਾਡੀ ਰੂਹ ਦਾ ਰਾਖਾ ਆ, ਉਹ ਤੁਹਾਨੂੰ ਸਮੇਂ ਸਿਰ ਬਲੈਸ ਕਰੇਗਾ ਔਰ ਤੁਹਾਨੂੰ ਹਰ ਇੱਕ ਬਿਮਾਰੀਆਂ ਤੋਂ ਉਹ ਛੁਡਾਵੇਗਾ। ਹਾਲੇਲੂਇਆ, ਪਰ ਜੇ ਤੁਸੀਂ ਸਮਝ ਕੇ ਬੈਠੇ ਆ ਕਿ ਅਸੀਂ ਪਾਪ ਵੀ ਕਰਾਂਗੇ, ਅਸੀਂ ਪਰਮੇਸ਼ਰ ਨੂੰ ਵੀ ਮੰਨਾਂਗੇ, ਤੇ ਉਹ ਤੁਹਾਡੀ ਜ਼ਿੰਦਗੀ ਦੇ ਲਈ ਫਿਰ ਸਹੀ ਨਹੀਂ ਆ। ਡਿਸੀਜਨ ਜਿਹੜਾ ਤੁਸੀਂ ਲੈ ਕੇ ਬੈਠੇ ਹੋ, ਤੁਹਾਨੂੰ ਇੱਕ ਸਹੀ ਡਿਸੀਜਨ ਆਪਣੀ ਲਾਈਫ ਦਾ ਲੈਣਾ ਪੈਣਾ ਜੇ ਤੁਸੀਂ ਪਰਮੇਸ਼ਰ ਨੂੰ ਆਪਣੀ ਜ਼ਿੰਦਗੀ 'ਚ ਗ੍ਰਹਿਣ ਕਰਨਾ। ਹਾਲੇਲੂਇਆ, ਇਹ ਨਹੀਂ ਕਿ ਸਿਰਫ, ਚਾਹੇ ਮੈਂ ਆਪਣੀ ਗੱਲ ਕਰਾਂ, ਕਿ ਇਹ ਨਹੀਂ ਕਿ ਅਸੀਂ ਜਦੋਂ ਪ੍ਰਾਰਥਨਾ ਕਰਦੇ ਆ, ਚਾਹੇ ਅਸੀਂ ਕੋਈ ਵਚਨ ਨੂੰ ਸੁਣਦੇ ਆ, ਚਾਹੇ ਅਸੀਂ ਪ੍ਰੇਅਰ ਕਰਦੇ ਆ, ਕਿ ਅਸੀਂ ਉਹਦਾ ਅਸਰ ਜਿਹੜਾ ਸਾਡੇ ਵਿੱਚ ਥੋੜਾ ਟਾਈਮ ਆਉਣਾ ਚਾਹੀਦਾ, ਨਾ ਕਿ ਉਹਦਾ ਅਸਰ ਜਿਹੜਾ ਆ ਪੂਰੀ ਲਾਈਫ ਟਾਈਮ ਲਈ ਤੁਹਾਡੀ ਜ਼ਿੰਦਗੀ 'ਚ ਹੋਣਾ ਚਾਹੀਦਾ। ਹਾਲੇਲੂਇਆ, ਫਿਰ ਰਿਜ਼ਲਟ ਤੁਹਾਡੀ ਲਾਈਫ ਦਾ ਵਧੇਗਾ, ਤੁਸੀਂ ਫਲਦਾਰ ਰਹੋਗੇ। ਹਾਲੇਲੂਇਆ, ਸੋ ਇਹ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਚਾਹੁੰਦਾ ਆ, ਮੇਰੀ ਜ਼ਿੰਦਗੀ ਦੇ ਵਿੱਚ ਚਾਹੁੰਦਾ। ਹਾਲੇਲੂਇਆ, ਪੜਾਂਗੇ ਅਸੀਂ ਦੂਸਰੇ ਵਚਨ ਨੂੰ, ਪੜਾਂਗੇ ਦੂਜੇ ਵਚਨ ਨੂੰ ਪੜਾਂਗੇ। ਯਹੋਨਾ 16:32 ਆਏ ਨੇ। ਹਾਂ, ਵੇਖੋ ਸਮਾਂ ਆਉਂਦਾ ਹੈ, ਸਗੋਂ ਆ ਪਹੁੰਚਿਆ ਹੈ, ਜੋ ਤੁਸੀਂ ਸਗੋਂ ਆਪੋ ਆਪਣੇ ਥਾਈਂ ਖਿੰਡ ਜਾਓਗੇ ਅਤੇ ਮੈਨੂੰ ਇਕੱਲਾ ਛੱਡ ਦਿਓਗੇ। ਦੇਖੋ ਪਰਮੇਸ਼ਰ ਕਹਿੰਦਾ ਕਿ ਸਮਾਂ ਆਉਣ ਵਾਲਾ ਆ ਪਹੁੰਚਿਆ ਆ ਕਿ ਤੁਸੀਂ ਮੈਨੂੰ ਇਕੱਲੇ ਛੱਡ ਦੋਗੇ। ਅੱਗੇ, ਪਰ ਤਾਂ ਵੀ ਮੈਂ ਇਕੱਲਾ ਨਹੀਂ। ਹਾਲੇਲੂਇਆ, ਹਾਲੇਲੂਇਆ। ਔਰ ਦੇਖੋ ਇਹ ਪਰਮੇਸ਼ਰ ਨੇ ਵਚਨ
ਕਿਉਂਕਿ ਪਰਮੇਸ਼ਰ ਜਾਣਦਾ ਸੀ ਕਿ ਇਹ ਮੈਨੂੰ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਜਣੇ ਛੱਡ ਜਾਣਗੇ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਉਹ ਜੀਸਸ ਸਾਰਿਆਂ ਦੀਆਂ ਦਿਲ ਦੀਆਂ ਗਹਿਰਾਈਆਂ ਨੂੰ ਜਾਣਦਾ ਹੈ। ਹਾਲੇਲੂਇਆ। ਉਹ ਆਪਣੀ ਚੇਲਿਆਂ ਦੀਆਂ ਗੱਲਾਂ ਨੂੰ ਜਾਣਦਾ ਸੀ, ਉਹਨਾਂ ਦੇ ਦਿਲ ਨੂੰ ਜਾਣਦਾ ਸੀ ਉਹ। ਹਾਲੇਲੂਇਆ। ਅੱਜ ਬਹੁਤ ਸਾਰੇ ਲੋਕ ਆ ਕਿ ਜਿਹੜੇ ਤੁਹਾਨੂੰ ਵੀ ਛੱਡ ਜਾਣਗੇ। ਹਾਲੇਲੂਇਆ। ਛੱਡ ਕੇ ਚੱਲ ਵੀ ਗਏ ਆ, ਪਰ ਪਰਮੇਸ਼ਰ ਇਹ ਗੱਲ ਕਹਿ ਰਿਹਾ ਕਿ ਮੈਂ ਫਿਰ ਵੀ ਇਕੱਲਾ ਨਹੀਂ, ਕਿਉਂਕਿ ਕੌਣ ਹੈ ਮੇਰੇ ਨਾਲ? ਕਿਉਂ ਜੋ ਪਿਤਾ ਮੇਰੇ ਨਾਲ ਹੈ। ਪਿਤਾ ਮੇਰੇ ਨਾਲ ਆ। ਹਾਲੇਲੂਇਆ। ਦੇਖੋ ਪਰਮੇਸ਼ਰ ਨੇ ਇਹ ਗੱਲ ਕਹੀ ਆ ਕਿ ਪਿਤਾ ਮੇਰੇ ਨਾਲ ਆ, ਤੇ ਜੇ ਉਹ ਆਪਣੇ ਪਿਤਾ ਨੂੰ, ਪਰਮੇਸ਼ਰ ਹੋ ਕੇ ਆਪਣੇ ਪਿਤਾ ਨੂੰ ਕਹਿ ਰਿਹਾ, ਵਚਨ ਦੇ ਵਿੱਚ ਉਹ ਇਹ ਗੱਲਾਂ ਨੂੰ ਬਿਆਨ ਕਰ ਰਿਹਾ ਕਿ ਜੇ ਪਿਤਾ ਮੇਰੇ ਨਾਲ ਆ, ਮੈਂ ਇਕੱਲਾ ਨਹੀਂ ਪਰ ਪਿਤਾ ਮੇਰੇ ਨਾਲ ਆ। ਕੀ ਅਸੀਂ ਇਹ ਚੀਜ਼ਾਂ ਨੂੰ ਕਹਿੰਦੇ ਆ ਕਿ ਜੀਸਸ ਮੇਰੇ ਨਾਲ ਆ? ਅਸੀਂ ਬਿਮਾਰੀ ਦੇ ਵਿੱਚ ਕਹਿੰਦੇ ਆ ਕਿ ਪਰਮੇਸ਼ਰ ਮੇਰੇ ਨਾਲ ਆ? ਅਸੀਂ ਕੋਈ ਮੁਸੀਬਤ ਦੇ ਵਿੱਚ ਕਹਿੰਦੇ ਆ ਪਰਮੇਸ਼ਰ ਮੇਰੇ ਨਾਲ ਆ? ਜਦੋਂ ਤੁਹਾਨੂੰ ਕੋਈ ਛੱਡ ਕੇ ਜਾਂਦਾ ਉਦੋਂ ਅਸੀਂ ਕਹਿੰਦੇ ਆ ਕਿ ਪਰਮੇਸ਼ਰ ਮੇਰੇ ਨਾਲ ਆ। ਹਾਲੇਲੂਇਆ। ਕਿਉਂਕਿ ਉਹ ਪਰਮੇਸ਼ਰ ਨੇ ਕਿਹਾ, ਕਹਿੰਦਾ ਸਮਾਂ ਆਏਗਾ ਤੁਸੀਂ ਵੀ ਮੈਨੂੰ ਛੱਡ ਕੇ ਚਲੇ ਜਾਓਗੇ, ਪਰ ਫਿਰ ਵੀ ਮੈਂ ਇਕੱਲਾ ਨਹੀਂ, ਕਿਉਂਕਿ ਪਿਤਾ ਮੇਰੇ ਨਾਲ ਹੈ। ਹਾਲੇਲੂਇਆ। ਪਰ ਇਨਸਾਨ ਜਿਹੜਾ ਹੈ ਨਾ, ਉਹ ਇਹਨਾਂ ਗੱਲਾਂ ਨੂੰ ਫੋਲੋ ਨਹੀਂ ਕਰਦਾ, ਉਹਨਾਂ ਵਚਨ ਨੂੰ ਫੋਲੋ ਨਹੀਂ ਕਰਦੇ। ਹਾਲੇਲੂਇਆ। ਕਿਉਂਕਿ ਅਸੀਂ ਸਮਝਦੇ ਹਾਂ ਕਿ ਸ਼ਾਇਦ ਇਹ ਵਚਨ ਦੇ ਵਿੱਚ ਇਹ ਕੋਈ ਕਹਾਣੀਆਂ ਆ। ਹਾਲੇਲੂਇਆ। ਪਰ ਇਹ ਕਹਾਣੀਆਂ ਨਹੀਂ, ਇਹਨਾਂ ਵਚਨਾਂ ਦੇ ਵਿੱਚ ਸਾਡੀ ਜ਼ਿੰਦਗੀ ਦਾ ਜਿਹੜਾ ਮਕਸਦ ਜਿਹੜਾ ਆ, ਸਾਡੀ ਜ਼ਿੰਦਗੀ ਦਾ ਰਾਹ ਜਿਹੜਾ ਆ, ਇਹਨਾਂ ਵਚਨਾਂ ਦੇ ਵਿੱਚ ਲਿਖਿਆ ਹੋਇਆ। ਹਾਲੇਲੂਇਆ। ਜਿੰਨਾ ਚਿਰ ਅਸੀਂ ਇਹਨਾਂ ਨੂੰ ਪੜਾਂਗੇ ਨਹੀਂ, ਅਸੀਂ ਆਪਣੀ ਜ਼ਿੰਦਗੀ ਵਿੱਚ ਸਕਸੈਸਫੁਲ, ਚਾਹੇ ਆਪਾਂ ਕਾਮਯਾਬ ਨਹੀਂ ਹੋ ਸਕਦੇ। ਹਾਲੇਲੂਇਆ। ਅਸੀਂ ਕਿਤੇ ਨਾ ਕਿਤੇ ਫਸਾਂਗੇ ਜਾ ਕੇ। ਅਸੀਂ ਸਾਲ ਸਹੀ ਚੱਲ ਸਕਦੇ ਹਾਂ ਆਪਣੀ ਲਾਈਫ ਦੇ ਵਿੱਚ, 1.5 ਸਾਲਾਂ ਬਾਅਦ ਫਿਰ ਸਾਡੇ ਵਿੱਚ ਕੋਈ ਨਾ ਕੋਈ ਮੋੜ ਆਏਗਾ। ਹਾਲੇਲੂਇਆ। ਅਸੀਂ ਕਿਤੇ ਨਾ ਕਿਤੇ ਜਾ ਕੇ ਫਸਾਂਗੇ। ਆਪਣੀ ਸਮਝ ਨਾਲ ਅਸੀਂ ਪੂਰੀ ਲਾਈਫ ਟਾਈਮ ਲਈ ਆਪਣੀ ਸਮਝ ਨਾਲ ਨਹੀਂ ਚੱਲ ਸਕਦੇ। ਹਾਲੇਲੂਇਆ। ਪਰ ਇੱਕ ਟਾਈਮ ਪੜਾਂਗੇ, ਆਪਾਂ ਵਚਨ ਦੇ ਵਿੱਚੋਂ ਪੜਾਂਗੇ। ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਤੁਹਾਨੂੰ ਮੇਰੇ ਵਿੱਚ ਸ਼ਾਂਤੀ ਹੋਵੇ। ਕਹਿੰਦਾ ਮੈਂ ਤੁਹਾਨੂੰ ਗੱਲਾਂ ਇਸ ਲਈ ਆਖੀਆਂ ਕਿ ਤੁਹਾਨੂੰ ਕੀ ਹੋਵੇ? ਮੇਰੇ ਵਿੱਚ ਸ਼ਾਂਤੀ ਹੋਵੇ। ਮੇਰੇ ਵਿੱਚ ਸ਼ਾਂਤੀ ਹੋਵੇ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਉਹ ਪਰਮੇਸ਼ਰ ਜਾਣਦਾ ਆ, ਉਹਨੇ ਚੇਲਿਆਂ ਦੀ ਗੱਲ ਨੂੰ ਜਾਣਿਆ ਸੀ। ਕਿਉਂਕਿ ਜਦੋਂ ਪਰਮੇਸ਼ਰ ਫੜਵਾਇਆ ਜਾਣੇ ਸੀਗੇ, ਜਦੋਂ ਪਰਮੇਸ਼ਰ, ਹਾਲੇਲੂਇਆ, ਜਦੋਂ ਜੀਸਸ ਫੜਵਾਇਆ ਜਾਣਾ ਸੀ ਉਦੋਂ ਪਤਰਸ ਵੀ ਮੁੱਕਰ ਗਿਆ। ਹਾਲੇਲੂਇਆ। ਉਹਦੇ ਇੰਨੇ ਕਰੀਬੀ ਰਹਿਣ ਵਾਲਾ ਇਨਸਾਨ ਜਿਹੜਾ ਸੀ ਪਤਰਸ, ਉਹ ਵੀ ਮੁੱਕਰ ਗਿਆ ਕਿ ਮੈਂ ਨਹੀਂ ਜਾਣਦਾ ਜੀਸਸ ਨੂੰ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਉਹਨੂੰ ਪਹਿਲੇ ਦੱਸਤਾ ਸੀ, ਕਹਿੰਦਾ ਕਿ ਤੂੰ ਆਉਣ ਵਾਲੇ ਟਾਈਮ ਦੇ ਵਿੱਚ ਤੂੰ ਵੀ ਮੁੱਕਰੇਗਾ। ਹਾਲੇਲੂਇਆ। ਔਰ ਜੇ ਪਰਮੇਸ਼ਰ ਦੇ ਨਾਲ ਇਹਨਾਂ ਚੀਜ਼ਾਂ ਹੋ ਸਕਦੀਆਂ ਆ ਤੇ ਤੁਹਾਡੇ ਨਾਲ ਕਿਉਂ ਨਹੀਂ ਹੋ ਸਕਦੀਆਂ? ਹਾਲੇਲੂਇਆ। ਔਰ ਮੇਰੇ ਨਾਲ ਕਿਉਂ ਨਹੀਂ ਹੋ ਸਕਦੀਆਂ? ਇਨਸਾਨ ਵਫਾਦਾਰ ਨਹੀਂ ਆ। ਜੇ ਅਸੀਂ ਸਮਝ ਕੇ ਬੈਠੇ ਆ ਕਿ ਕੋਈ ਇਨਸਾਨ ਵਫਾਦਾਰ ਆ, ਵਫਾਦਾਰੀ, ਇਮਾਨਦਾਰੀ ਜਿਹੜੀ ਆ ਉਹ ਜੀਸਸ ਦੇ ਵਿੱਚ। ਹਾਲੇਲੂਇਆ। ਜਦੋਂ ਤੁਸੀਂ ਦੇ ਵਚਨਾਂ ਨੂੰ ਸੁਣੋਗੇ, ਉਹ ਆਪ ਕਹਿ ਰਿਹਾ, ਕਹਿੰਦਾ ਕਿ ਤੁਸੀਂ ਟਾਈਮ ਆਏਗਾ ਮੈਨੂੰ ਸਾਰੇ ਜਣੇ ਛੱਡ ਜੂਗੇ, ਪਰ ਲੇਕਿਨ ਮੈਂ ਫਿਰ ਵੀ ਇਕੱਲਾ ਨਹੀਂ, ਕਿਉਂਕਿ ਪਿਤਾ ਮੇਰੇ ਨਾਲ ਹੈ। ਹਾਲੇਲੂਇਆ। ਹਾਲੇਲੂਇਆ। ਕਿੰਨੀਆਂ ਵੱਡੀਆਂ ਉਹਨੇ ਉਦਾਹਰਨਾਂ ਦਿੱਤੀਆਂ ਸਾਨੂੰ, ਕਿੰਨੀਆਂ ਵੱਡੀਆਂ ਉਹਨੇ ਐਗਜ਼ੈਂਪਲਾਂ ਦਿੱਤੀਆਂ, ਕਿਉਂਕਿ ਉਹਨਾਂ ਹੋਇਆ ਇਹ ਚੀਜ਼ਾਂ ਨੂੰ, ਉਹਨੇ ਇਹਨਾਂ ਚੀਜ਼ਾਂ ਨੂੰ ਦੇਖਿਆ ਆ, ਕਿਉਂਕਿ ਉਹ ਦਿਲ ਦੀਆਂ ਗਹਿਰਾਈਆਂ ਨੂੰ ਜਾਣਦਾ ਹੈ। ਹਾਲੇਲੂਇਆ। ਪਰਮੇਸ਼ਰ ਨੇ ਜਿਹਨੂੰ ਆਪਣਾ ਇੱਕ ਕਹਿ ਦਈਏ ਆਪਾਂ ਕੈਸ਼ੀਅਰ ਬਣਾਇਆ ਸੀਗਾ, ਉਹਨੇ ਹੀ ਪਰਮੇਸ਼ਰ ਨੂੰ ਫੜਵਾਇਆ। ਹਾਲੇਲੂਇਆ। ਕੁਛ ਪਿਆਸਿਆਂ ਦੇ ਬਦਲੇ। ਹਾਲੇਲੂਇਆ। ਔਰ ਫਿਰ ਵੀ ਅਸੀਂ ਸਮਝਦੇ ਹਾਂ ਕਿ ਇਨਸਾਨ ਵਫਾਦਾਰ ਹੈ। ਹਾਲੇਲੂਇਆ। ਪੜਾਂਗੇ ਆਪਾਂ ਅੱਗੇ ਵਚਨ ਨੂੰ।
ਜਗਤ ਵਿੱਚ ਤੁਹਾਨੂੰ ਕਸ਼ਟ ਹੈ ਹਾਂ। ਪਰ ਹੌਸਲਾ ਰੱਖੋ ਮੈਂ ਜਗਤ ਦੇਖੋ ਨੂੰ ਜਿੱਤ ਫਿਰ ਲਿਆ। ਅੱਗੇ ਕੀ ਕਹਿ ਰਿਹਾ ਉਹ, ਕਹਿੰਦਾ ਜਗਤ ਵਿੱਚ ਕਸ਼ਟ ਆ ਪਰ ਹੌਸਲਾ ਰੱਖੋ। ਹਾਲੇਲੂਇਆ। ਮੈਂ ਜਗਤ ਨੂੰ ਜਿੱਤ ਬਹੁਤ ਸਾਰੇ ਲੋਕ ਆ ਜਿਹੜੇ ਅੱਜ ਹੌਸਲਾ ਛੱਡ ਗਏ, ਅੱਜ ਨਹੀਂ ਕੱਲ, ਬਹੁਤ ਚਿਰ ਪਹਿਲਾਂ ਹੀ ਹੌਸਲਾ ਛੱਡ ਗਏ। ਹਾਲੇਲੂਇਆ। ਬਹੁਤ ਸਾਰੇ ਲੋਕ ਹੌਸਲਾ ਆਪਣੀ ਲਾਈਫ ਦੇ ਵਿੱਚ ਕਦੇ ਨਹੀਂ ਛੱਡਣਾ। ਹੌਸਲੇ ਨਾਲ ਤੁਸੀਂ ਜੀਨੇ ਹੋ, ਹੌਸਲਾ ਆਪਣੇ ਵਿੱਚ ਬਰਕਰਾਰ ਰੱਖਣਾ। ਤੁਸੀਂ ਕਹਿਣਾ ਕਿ ਪਰਮੇਸ਼ਰ ਦਾ ਆਤਮਾ ਮੇਰੇ ਨਾਲ ਆ। ਹਾਲੇਲੂਇਆ। ਉਹਦਾ ਵਚਨ, ਉਹਦਾ ਕਲਾਮ ਮੇਰੀ ਜ਼ਿੰਦਗੀ ਦੇ ਵਿੱਚ ਆ, ਉਹਦਾ ਹੋਲੀ ਸਪਿਰਿਟ ਮੇਰੀ ਲਾਈਫ ਦੇ ਵਿੱਚ ਆ, ਤਾਂ ਜੋ ਮੈਨੂੰ ਉਹ ਸਮਝ ਦਿੰਦਾ ਚੱਲਣ ਦੀ। ਹਾਲੇਲੂਇਆ। ਫਿਰ ਤੁਸੀਂ ਕੋਈ ਵੀ ਕੰਮ ਕਰੋਗੇ ਤੇ ਉਹ ਗੱਲ ਤੁਹਾਡੇ ਆਟੋਮੈਟਿਕ ਤੁਹਾਡੇ ਮਨ ਦੇ ਵਿੱਚ ਆਏਗੀ, ਤੁਸੀਂ ਫਿਰ ਉਹ ਗੱਲ ਨੂੰ ਕਰੋਗੇ। ਹਾਲੇਲੂਇਆ। ਨਾ ਕਿ ਤੁਸੀਂ ਮਨੁੱਖੀ ਇਨਸਾਨਾਂ ਦਾ ਸਹਾਰਾ ਲਓਗੇ। ਹਾਲੇਲੂਇਆ। ਅੱਗੇ ਕੀ ਲਿਖਿਆ? ਮੈਂ ਜਗਤ ਨੂੰ ਜਿੱਤ ਲਿਆ ਹੈ। ਕਹਿੰਦਾ ਹੌਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ। ਹਾਲੇਲੂਇਆ। ਹਾਲੇਲੂਇਆ। ਤੁਸੀਂ ਹੌਸਲਾ ਰੱਖਣਾ ਕਿ ਪਰਮੇਸ਼ਰ ਨੇ ਜਗਤ ਨੂੰ ਕੀ ਕੀਤਾ? ਜਿੱਤ ਲਿਆ ਹੋਇਆ। ਹਾਲੇਲੂਇਆ। ਨਾ ਕਿ ਤੁਸੀਂ ਜਗਤ ਨਾਲ ਲੜਨਾ, ਕਿਉਂਕਿ ਸਾਡੇ ਵਿੱਚ ਸ਼ਕਤੀ ਨਹੀਂ ਆ। ਜੇ ਕੋਈ ਛੱਡ ਕੇ ਜਾ ਰਿਹਾ ਤੇ ਉਹਨੂੰ ਹੱਸ ਕੇ ਕਹੋ ਜਾ। ਹਾਲੇਲੂਇਆ। ਜੇ ਕੋਈ ਬਿਮਾਰੀ ਆ ਉਹਨੂੰ ਬਲਕਿ ਰੋਣ ਦੀ ਬਜਾਏ ਪ੍ਰਾਰਥਨਾ ਕਰੋ। ਹਾਲੇਲੂਇਆ। ਜੇ ਕੋਈ ਮੁਸੀਬਤ ਆ, ਕਿਸੇ ਵੀ ਤਰ੍ਹਾਂ ਦੀ ਮੁਸੀਬਤ ਆ, ਮੈਂ ਬਹੁਤ ਸਾਰੇ ਲੋਕਾਂ ਨੂੰ ਜਦੋਂ ਮੈਂ ਲੋਕਾਂ ਦੀ ਪ੍ਰੇਅਰ ਕਰਦਾ ਸੀ, ਜਦੋਂ ਮੈਂ ਲੋਕਾਂ ਦੀ ਪ੍ਰੇਅਰ ਕਰਦਾ ਹਾਂ ਤੇ ਬਹੁਤ ਸਾਰੇ ਲੋਕ ਪਰੇਸ਼ਾਨੀ ਵਿੱਚ ਹੁੰਦੇ ਆ ਕਿ ਸਾਡੇ ਵਾਸਤੇ ਪ੍ਰੇਅਰ ਕੀਤੀ ਜਾਵੇ, ਇਹ ਕੀਤਾ ਜਾਵੇ, ਪਰ ਲੇਕਿਨ ਕੀ ਉਹ ਇਹ ਗੱਲ ਨੂੰ ਜਾਣਦੇ ਆ ਕਿ ਵੀ ਕੱਲੀ ਸਿਰਫ ਪ੍ਰੇਅਰ ਕਰਾਉਣਾ ਮਸਲਾ ਹੱਲ ਨਹੀਂ ਹੈ। ਹਾਲੇਲੂਇਆ। ਕਿ ਵਚਨ ਸੁਣਨਾ ਸਾਡੀ ਜ਼ਿੰਦਗੀ ਦੇ ਵਿੱਚ ਮਾਇਨੇ ਰੱਖਦਾ ਹੈ। ਪ੍ਰੇਅਰ ਕਰਾਣੀ ਜ਼ਰੂਰੀ ਆ ਪਰ ਵਚਨ ਸੁਣਨਾ ਵੀ ਜ਼ਰੂਰੀ ਆ। ਹਾਲੇਲੂਇਆ। ਬਸ ਉਹਨਾਂ ਨੂੰ ਪ੍ਰੇਅਰ ਨਾਲ ਮਤਲਬ ਆ ਕਿ ਪ੍ਰੇਅਰ ਕੀਤੀ ਜਾਵੇ, ਵਚਨ ਨੂੰ ਸਾਈਡ ਕੀਤਾ ਜਾਵੇ। ਹਾਲੇਲੂਇਆ। ਪਰ ਜਿੱਥੋਂ ਅਸੀਂ ਨਿਕਲੇ ਆ, ਅਸੀਂ ਬਿਮਾਰੀਆਂ ਤੋਂ ਆਜ਼ਾਦ ਹੋਏ ਆ ਪ੍ਰੇਅਰ ਕਰਾ ਕੇ ਤੇ ਵਚਨ ਸੁਣ ਕੇ। ਦੋਨਾਂ ਚੀਜ਼ਾਂ ਦੇ ਵਿੱਚ ਪਾਵਰ ਆ। ਹਾਲੇਲੂਇਆ। ਕੋਈ ਨਾ ਕੋਈ ਪਰਮੇਸ਼ਰ ਨੇ ਇੱਕ ਅਰਥ ਰੱਖਿਆ ਕਿ ਉਹ ਚੀਜ਼ਾਂ ਨਾਲ ਅਸੀਂ ਠੀਕ ਹੋ ਸਕਦੇ ਹਾਂ, ਪਰ ਜਿੰਨਾ ਚੱਕਰ ਸਾਨੂੰ ਪਰਮੇਸ਼ਰ ਦੇ ਸ਼ਬਦਾਂ ਨੂੰ ਸੁਣ ਨਹੀਂ ਸਕਦੇ, ਜਿੰਨਾ ਚੱਕਰ ਸੁਣਾਂਗੇ ਨਹੀਂ, ਉਦੋਂ ਤੱਕ ਅਸੀਂ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋ ਸਕਦੇ। ਪੂਰੀ ਤਰ੍ਹਾਂ ਅਸੀਂ ਕੰਪਲੀਟ ਜਿਹਨੂੰ ਕਹਿੰਦੇ ਅਸੀਂ ਉਹ ਨਹੀਂ ਹੋ ਸਕਦੇ। ਹਾਲੇਲੂਇਆ। ਔਰ ਅੱਜ ਦਾ ਵਚਨ ਇੰਨਾ ਹੀ ਸੀਗਾ। ਔਰ ਮੈਂ ਰੋਜ਼ ਹਰ ਹਫਤੇ ਬਾਅਦ ਜਦੋਂ ਮੈਨੂੰ ਪਰਮੇਸ਼ਰ ਦਾ ਆਤਮਾ ਅਲਾਉ ਕਰੂਗਾ, ਮੈਂ ਹਰ ਰੋਜ਼ ਤੁਹਾਡੇ ਲਈ ਪ੍ਰੇਅਰ ਕਰਾਇਆ ਕਰਾਂਗਾ। ਔਰ ਮੈਂ ਹੋਰ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ ਕਿ ਨਵਾਂ ਸਾਲ ਆਉਣ ਵਾਲਾ ਆ, ਔਰ ਸਾਰਿਆਂ ਨੂੰ ਮੈਂ ਐਡਵਾਂਸ ਦੇ ਵਿੱਚ ਹੀ ਮੁਬਾਰਕਾਂ ਦਿੰਦਾ। ਔਰ ਆਪਾਂ ਨਵੇਂ ਸਾਲ ਤੇ ਵੀ ਪ੍ਰੇਅਰ ਕਰਾਂਗੇ ਔਰ ਲਾਈਫ ਉਸ ਦਿਨ ਨੂੰ ਆਪਾਂ ਚਲਾ ਦੇਵਾਂਗੇ। ਹਾਲੇਲੂਇਆ। ਔਰ ਸਾਰਿਆਂ ਨੂੰ ਗੋਡ ਬਲੈਸ ਯੂ। ਔਰ ਇਸੇ ਤਰ੍ਹਾਂ ਨਾਲ ਤੁਸੀਂ ਇਸ ਮੀਟਿੰਗ ਨੂੰ ਸ਼ੇਅਰ ਕਰਨਾ ਆਪੋ ਆਪਣੇ ਗਰੁੱਪਾਂ ਦੇ ਵਿੱਚ, ਕਿ ਤਾਂ ਜੋ ਅਸੀਂ ਸਾਰੇ ਜਣੇ ਮਿਲ ਕੇ ਪਰਮੇਸ਼ਰ ਦੀ ਆਰਾਧਨਾ ਕਰ ਸਕੀਏ। ਹਾਲੇਲੂਇਆ। ਮੈਂ ਕੁਛ ਪਰ ਲੇਕਿਨ ਅੱਜ ਮੈਨੂੰ ਪਰਮੇਸ਼ਰ ਨੇ ਫਿਰ ਇਸਤੇਮਾਲ ਕੀਤਾ। ਮੈਂ ਖੁਦਾਵੰਦ ਦਾ ਧੰਨਵਾਦ ਕਰਦਾ ਕਿ ਤਾਂ ਜੋ ਇਸੇ ਤਰ੍ਹਾਂ ਨਾਲ ਮੈਨੂੰ ਇਸਤੇਮਾਲ ਕਰਦਾ ਜਾਵੇ, ਉਹ ਤੁਹਾਨੂੰ ਵੀ ਇਸਤੇਮਾਲ ਕਰੇ ਆਉਣ ਵਾਲੇ ਟਾਈਮ ਦੇ ਵਿੱਚ। ਔਰ ਸਾਰਿਆਂ ਨੂੰ ਜੈ ਮਸੀਹ ਦੀ ਮੇਰੇ ਵੱਲੋਂ। ਆਪਾਂ ਆਖਰੀ ਪ੍ਰਾਰਥਨਾ ਦੇ ਵਿੱਚ ਜਾਵਾਂਗੇ। ਹਾਲੇਲੂਇਆ। ਧੰਨਵਾਦ ਸ਼ੁਕਰ ਪ੍ਰਭੂ ਸਾਮਰਥ ਜਿੰਦਾ ਖੁਦਾਵੰਦ ਪ੍ਰਭੂ ਜੀ, ਮੈਂ ਪ੍ਰਾਰਥਨਾ ਕਰਦਾ ਪ੍ਰਭੂ ਅੱਜ ਦਾ ਜਿੰਨਾ ਵਚਨ ਹੋਇਆ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ 100 ਗੁਣਾ ਫਲ ਲੈ ਕੇ ਆ ਸਕੇ ਪ੍ਰਭੂ। ਅੰਤ ਕਰਦੀਆਂ ਸ਼ਕਤੀਆਂ, ਜਾਦੂ ਟੂਣਾ, ਹਰ ਤਰ੍ਹਾਂ ਦਾ ਪਾਪ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਕੰਮ ਨਾ ਕਰੇ। ਹਰ ਤਰ੍ਹਾਂ ਦੀਆਂ ਮੁਸ਼ਕਲਾਂ ਤੁਹਾਡੀ ਲਾਈਫ ਨੂੰ ਛੱਡਣ ਹੋ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਮੈਂ ਤੁਹਾਨੂੰ ਬਲੈਸ ਕਰਦਾ ਰਾਈਟ ਨਾਓ। ਖੁਦਾ ਦੀ ਮਿਰਕਲਸ ਤੁਹਾਨੂੰ ਸ਼ੋਨ ਇਹ ਪ੍ਰੋਫੈਸੀ ਵਰਡ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਕੰਮ ਕਰੇ ਔਰ ਤੁਹਾਨੂੰ ਆਜ਼ਾਦ ਕਰੇ। ਮੈਂ ਘੋਸ਼ਿਤ ਕਰਦਾ ਖੁਦਾ ਦੇ ਨਾਮ ਦੇ ਵਿੱਚ, ਰਿਸੀਵ ਗ੍ਰੇਸ ਇਨ ਦ ਨੇਮ ਆਫ ਜੀਸਸ। ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ। ਆਮੀਨ। ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ ਮੇਰੇ ਵੱਲੋਂ। ਗੋਡ ਬਲੈਸ ਯੂ ਆਲ। ਔਰ ਪਰਮੇਸ਼ਰ ਦਾ ਆਤਮਾ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੇ। ਇਸ ਵਚਨ ਦੇ ਅਨੁਸਾਰ ਆਪਾਂ ਅਗਲੇ ਫਿਰ ਮਿਲਾਂਗੇ ਲਾਈਵ ਮੀਟਿੰਗ ਦੇ ਵਿੱਚ। ਔਰ ਸਾਰਿਆਂ ਨੂੰ ਗੋਡ ਬਲੈਸ ਯੂ।